ਸ਼ਲੋਕ ਬਾਬਾ ਸ਼ੇਖ ਫਰੀਦ ਜੀ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨ ਲੇਖ, ਆਪ ਨੜਾ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਬਾਬਾ ਸ਼ੇਖ ਫਰੀਦ ਜੀ ਆਪਣੇ ਸ਼ਲੋਕਾਂ ਦੇ ਵਿੱਚ ਮਨੁੱਖ ਨੂੰ ਸੁਚੇਤ ਕਰਦੇ ਹਨ। ਆਖਦੇ ਹਨ ਕਿ ਹੇ ਮਨੁੱਖ, ਜੇ ਤੂੰ ਆਪਣੇ ਆਪ ਨੂੰ ਬਹੁਤ ਬੜਾ ਵਿਦਵਾਨ ਮੰਨਦਾ ਹੈ, ਆਪਣੇ ਆਪ ਨੂੰ ਬਹੁਤ ਗਿਆਨਵਾਨ ਸਮਝਦਾ ਹੈ, ਬੁੱਧੀਮਾਨ ਸਮਝਦਾ ਹੈ, ਤਾਂ ਕਿਸੇ ਦੀ ਬੁਰਾਈ ਕਰਕੇ ਆਪਣੀ ਜਿਹੜੀ ਕਿਸਮਤ ਹੈ, ਆਪਣੀ ਲੇਖ ਹੈ, ਉਹਨਾਂ ਨੂੰ ਖੋਟੇ ਨਾ ਕਰ। ਕਿਸੇ ਦੀ ਬੁਰਾਈ ਕਰਨ ਤੋਂ ਪਹਿਲਾਂ ਆਪਣੀ ਬੁੱਕਲ ਦੇ ਵਿੱਚ ਮੂੰਹ ਲੁਕਾ ਕਰਕੇ ਆਪਣੇ ਅਵਗੁਣਾਂ ਦੇ ਵੱਲ ਦੇਖ। ਭਾਵ ਜੇ ਮਨੁੱਖ ਕਿਸੇ ਦੇ ਅਵਗੁਣ ਵੇਖਣ ਦੀ ਬਜਾਏ ਆਪਣੇ ਅਵਗੁਣਾਂ ਦੇ ਉੱਪਰ ਜ਼ਿਆਦਾ ਧਿਆਨ ਕਰੇ ਤਾਂ ਉਸ ਦੇ ਲਈ ਜ਼ਿਆਦਾ ਲਾਹੇਵੰਦ ਹੋ ਸਕਦਾ ਹੈ। ਫਰੀਦਾ ਜੇ ਤੂੰ ਮਾਰਨ ਮੁੱਕੀਆਂ, ਤਿਨਾ ਨਾ ਮਾਰੇ ਘੁੰਮ, ਆਪ ਨੜੈ ਕਰ ਜਾਈਐ, ਪੈਰ ਤਿਨਾ ਦੇ ਚੁੰਮ। ਬਾਬਾ ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਹੇ ਜੀਵ, ਜੇਕਰ ਤੈਨੂੰ ਕੋਈ ਮੁੱਕੀਆਂ ਮਾਰਦਾ ਹੈ, ਤੇਰੇ ਨਾਲ ਭੈੜਾ ਸਲੂਕ ਕਰਦਾ ਹੈ, ਭੈੜਾ ਵਰਤਾਵ ਕਰਦਾ ਹੈ, ਤੂੰ ਬਦਲੇ ਦੇ ਵਿੱਚ ਉਹਨਾਂ ਦੇ ਉੱਪਰ ਵਾਰ ਨਾ ਕਰ। ਤਿਨਾ ਨਾ ਮਾਰੇ ਘੁੰਮ, ਭਾਵ ਬਦਲੇ ਦੇ ਵਿੱਚ ਉਹੀ ਭਾਵਨਾ ਨਾ ਆਪਣਾ ਜਿਹੜੀ ਕਿ ਤੈਨੂੰ ਸਾਹਮਣੇ ਵਾਲਾ ਮਾਰ ਕੇ ਦਿਖਾ ਰਿਹਾ ਹੈ, ਸਗੋਂ ਤੈਨੂੰ ਬਦਲੇ ਦੀ ਭਾਵਨਾ ਦੀ ਬਜਾਏ ਉਸ ਦੇ ਨਾਲ ਅਜਿਹਾ ਆਦਰ ਭਰਿਆ ਵਤੀਰਾ ਅਪਣਾਉਣਾ ਚਾਹੀਦਾ ਹੈ। ਉਸ ਦੇ ਘਰ ਜਾ ਕਰਕੇ ਬੜੀ ਹੀ ਨਿਮਰਤਾ ਦੇ ਨਾਲ ਮਿੱਠੀ ਬੋਲੀ ਦੇ ਵਿੱਚ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਇਹ ਨਿਮਰਤਾ ਹੀ ਹੈ, ਇਹ ਮਿਠਾਸ ਹੀ ਹੈ ਜਿਹੜੀ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਜੇਕਰ ਧਾਰਦੇ ਹਾਂ ਤਾਂ ਇਸੇ ਨਿਮਰਤਾ ਦੇ ਸਹਾਰੇ ਅਸੀਂ ਉਸ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਦੇਖ ਫਰੀਦਾ ਜੋ ਥੀਆ, ਦਾੜੀ ਹੋਈ ਭੂਰ, ਅੱਗੇ ਨੇੜਾ ਆਇਆ, ਪਿੱਛੇ ਰਿਹਾ ਦੂਰ। ਇਸ ਬੰਦ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਸਾਡੇ ਜੀਵਨ ਦੀ ਅਵਸਥਾ ਦਾ ਜ਼ਿਕਰ ਕਰਦੇ ਹਨ ਕਿ ਇਨਸਾਨ ਜਦੋਂ ਬੁਢਾਪੇ ਦੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ ਤਾਂ ਉਸ ਦੀ ਦਾੜੀ ਦਾ ਰੰਗ ਵੀ ਜਿਹੜਾ ਹੈ ਉਹ ਬਦਲ ਜਾਂਦਾ ਹੈ। ਵਾਲ ਜਿਹੜੇ ਸਾਡੇ ਸਰੀਰ ਦੇ ਕਾਲੇ ਨੇ ਉਹ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਇਸ ਅਵਸਥਾ ਤੱਕ ਪਹੁੰਚਣ ਦੇ ਲਈ ਉਸਦਾ ਜਿਹੜਾ ਬਚਪਨ ਹੈ, ਜਵਾਨੀ ਹੈ, ਉਹ ਜਾ ਚੁੱਕੀ ਹੁੰਦੀ ਹੈ। ਹੁਣ ਮਨੁੱਖ ਜਿਹੜਾ ਬੁਢਾਪੇ ਦੀ ਅਵਸਥਾ ਦੇ ਵਿੱਚ ਭਾਵ ਅਖੀਰਲੀ ਮੌਤ ਦੇ ਨੇੜੇ ਪਹੁੰਚ ਚੁੱਕਾ ਹੁੰਦਾ ਹੈ। ਬਾਬਾ ਸ਼ੇਖ ਫਰੀਦ ਜੀ ਕਹਿੰਦੇ ਨੇ ਹੁਣ ਤੇਰਾ ਕਹਿੰਦਾ ਅੱਗਾ ਹੈ, ਭਾਵ ਆਉਣ ਵਾਲਾ ਸਮਾਂ ਜਿਹੜਾ ਉਹ ਨੇੜੇ ਆ ਗਿਆ ਹੈ, ਜਦੋਂ ਤੂੰ ਇਸ ਸੰਸਾਰ ਨੂੰ ਅਲਵਿਦਾ ਆਖਣੀ ਹੈ, ਇਸ ਸੰਸਾਰ ਨੂੰ ਛੱਡ ਕੇ ਜਾਣਾ ਹੈ। ਔਰ ਜਿਹੜਾ ਉਹ ਤੇਰਾ ਬਚਪਨ ਵਾਲਾ ਸਮਾਂ ਸੀ ਉਹ ਬਹੁਤ ਪਿੱਛੇ ਰਹਿ ਗਿਆ। ਦੇਖ ਫਰੀਦਾ ਜੇ ਥੀਆ, ਸ਼ੱਕਰ ਹੋਈ ਬਿਸ, ਸਾਹੀਂ ਵਾਜੋ ਆਪਣੇ, ਵੇਦਨ ਕਹੀਏ ਕਿਸ। ਬਾਬਾ ਸ਼ੇਖ ਫਰੀਦ ਜੀ ਕਹਿੰਦੇ ਨੇ ਕਿ ਕਿਹੋ ਜਿਹਾ ਸਮਾਂ ਆ ਗਿਆ। ਦੇਖ, ਜੀਵ ਆਤਮਾ ਨੂੰ ਸੁਚੇਤ ਕਰਦੇ ਹਨ। ਬਚਪਨ ਦੇ ਰੰਗ ਤਮਾਸ਼ੇ, ਹਰ ਚੀਜ਼ ਬਹੁਤ ਵਧੀਆ ਮਿੱਠੀ ਲੱਗਦੀ ਸੀ, ਸਵਾਦ ਜਿਹੜਾ ਸੀ ਉਹ ਬਹੁਤ ਆਨੰਦਮਈ ਸੀ, ਸਰੀਰ ਆਨੰਦ ਮਾਣਦਾ ਸੀ। ਪਰ ਜਦੋਂ ਇਹ ਬੁਢਾਪਾ ਆ ਗਿਆ ਤਾਂ ਇਹ ਸਾਰੇ ਜਿਹੜੇ ਜੀਵਨ ਦੇ ਰੰਗ ਤਮਾਸ਼ੇ ਉਹ ਵੀ ਕੌੜੇ ਹੋ ਗਏ। ਇਹ ਬੁਢਾਪਾ ਜਿਹੜਾ ਹੈ ਜ਼ਹਿਰ ਵਾਂਗ ਕੌੜਾ ਹੋ ਗਿਆ। ਪਰ ਇਸ ਅਵਸਥਾ ਦੇ ਵਿੱਚ ਜਦੋਂ ਇਸ ਜੀਵ ਆਤਮਾ ਦੀ ਦੁਨੀਆ ਦੇ ਵਿੱਚ ਕੋਈ ਨਹੀਂ ਸੁਣਦਾ
ਤਾਂ ਕਹਿੰਦੇ ਸਾਈਂ ਵਾਜੋ ਆਪਣੇ ਬੇਦਨ ਕਹੀਏ ਕਿਸ। ਇਸ ਅਵਸਥਾ ਦੇ ਵਿੱਚ ਆਪਣੇ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦੇ ਕੋਲੇ ਆਪਣੇ ਦੁੱਖੜੇ ਜਿਹੜੇ ਆ, ਆਪਣੇ ਦੁੱਖ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ, ਔਰ ਨਾ ਹੀ ਕੋਈ ਇਸ ਦੁੱਖ ਨੂੰ ਸੁਣਨ ਵਾਲਾ ਜੀਵ ਜਿਹੜਾ ਹੈ ਉਸਦੇ ਕੋਲ ਹੁੰਦਾ ਹੈ। ਫਰੀਦਾ ਅੱਖੀ ਦੇਖ ਪਤੀਣੀਆਂ, ਸੁਣ ਸੁਣ ਰਿੰਨੇ ਕੰਨ, ਸ਼ਾਖ ਪਕੈਂਦੀ ਆਇਆਂ, ਹੋਰ ਕਰੇਂਦੀ ਵਨ। ਬਾਬਾ ਸ਼ੇਖ ਫਰੀਦ ਜੀ ਬੁਢਾਪੇ ਦੀ ਅਵਸਥਾ ਦਾ ਜ਼ਿਕਰ ਕਰਦੇ ਹੋਏ ਆਖਦੇ ਹਨ ਕਿ ਇਸ ਅਵਸਥਾ ਤੱਕ ਪਹੁੰਚਦਿਆਂ ਅੱਖਾਂ ਰੰਗ ਤਮਾਸ਼ੇ ਦੇਖ ਦੇਖ ਕਰਕੇ ਅਤੇ ਕੰਨ ਸੁਣ ਸੁਣ ਕੇ ਥੱਕ ਗਏ ਹਨ। ਭਾਵ ਹੁਣ ਅੱਖਾਂ ਅਤੇ ਕੰਨਾਂ ਨੂੰ ਦੇ ਵਿੱਚ ਉਹ ਪਹਿਲਾਂ ਵਾਲਾ ਆਨੰਦ ਨਹੀਂ ਰਿਹਾ ਜੋ ਕਦੇ ਬਚਪਨ ਔਰ ਜਵਾਨੀ ਦੀ ਅਵਸਥਾ ਦੇ ਵਿੱਚ ਆਇਆ ਕਰਦਾ ਸੀ। ਕਹਿੰਦਾ ਜਿਸ ਤਰੀਕੇ ਦੇ ਨਾਲ ਸ਼ਾਖ ਪਕੰਦੀ ਆਈਆਂ, ਹੋਰ ਕਰੇਂਦੀ ਵਨ। ਜਿਵੇਂ ਇੱਕ ਸ਼ਾਖ ਭਾਵ ਟਹਿਣੀ ਪੱਕਣ ਤੋਂ ਬਾਅਦ ਆਪਣਾ ਰੂਪ ਬਦਲ ਲੈਂਦੀ ਹੈ, ਰੰਗ ਬਦਲਾ ਲੈਂਦੀ ਹੈ, ਉਸੇ ਤਰ੍ਹਾਂ ਇਹ ਸਰੀਰ ਜਿਹੜਾ ਹੈ ਬਚਪਨ ਤੋਂ ਜਵਾਨੀ, ਜਵਾਨੀ ਤੋਂ ਬਾਅਦ ਬੁਢਾਪੇ ਦੇ ਵਿੱਚ ਆਪਣੇ ਰੂਪਾਂ ਨੂੰ ਬਦਲ ਲੈਂਦਾ ਹੈ, ਔਰ ਇਹੀ ਉਸਦੇ ਜੀਵਨ ਦੇ ਅੰਤਮ ਸਮੇਂ ਦੀ ਨਿਸ਼ਾਨੀ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੀਵ ਦਾ ਜਿਹੜਾ ਅੰਤਮ ਸਮਾਂ ਹੈ ਉਹ ਬਿਲਕੁਲ ਨੇੜੇ ਆ ਗਿਆ ਹੈ। ਫਰੀਦਾ ਕਾਲੀ ਜੀਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਕਰ ਸਾਈਂ ਜਿਉਂ ਪਿਰਹੜੀ, ਰੰਗ ਨਵੇਲਾ ਹੋਏ। ਬਾਬਾ ਫਰੀਦ ਜੀ ਆਖਦੇ ਹਨ ਕਿ ਜਿਹੜੀ ਜੀਵ ਆਤਮਾ ਜਵਾਨੀ ਦੇ ਵਿੱਚ ਉਸ ਪਰਮਾਤਮਾ ਦਾ ਸਿਮਰਨ ਨਹੀਂ ਕਰ ਸਕਦੀ, ਉਸ ਦੇ ਲਈ ਬੁਢਾਪੇ ਦੇ ਵਿੱਚ ਪਰਮਾਤਮਾ ਦਾ ਸਿਮਰਨ ਕਰਨਾ ਬਹੁਤ ਔਖਾ ਹੈ। ਔਰ ਬਾਬਾ ਫਰੀਦ ਜੀ ਜੀਵ ਆਤਮਾ ਨੂੰ ਸੁਚੇਤ ਕਰਦੇ ਹੋਏ ਕਹਿੰਦੇ ਹਨ ਕਿ ਹੇ ਮਨੁੱਖ, ਹੇ ਜੀਵ ਆਤਮਾ, ਤੂੰ ਹੁਣ ਜਵਾਨੀ ਦੇ ਵਿੱਚ ਉਸ ਪਰਮਾਤਮਾ ਦੇ ਨਾਲ ਪ੍ਰੀਤ ਪਾ ਲੈ ਔਰ ਉਸ ਦਾ ਨਾਮ ਸਿਮਰਨ ਕਰ, ਜਿਸ ਦੀ ਮਿਹਰ ਸਦਕਾ, ਜਿਸ ਦੀ ਕਿਰਪਾ ਸਦਕਾ ਤੇਰੇ ਉੱਪਰ ਉਸ ਪਰਮਾਤਮਾ ਦਾ ਰੰਗ ਜਿਹੜਾ ਹੈ ਰੰਗ ਨਵੇਲਾ ਹੋਏ, ਭਾਵ ਰੰਗ ਰੂਪ ਹੋਰ ਚੜ੍ਹ ਜਾਵੇ। ਫਰੀਦਾ ਜਿਨ ਲੋਇਣ ਜਗ ਮੋਇਆ, ਸੇ ਲੋਇਣ ਮੈਂ ਡਿਠ, ਕੱਜਲ ਰੇਖ ਨਾ ਸਹਿੰਦੀਆਂ, ਸੇ ਪੰਖੀ ਸੂਏ ਬਹਿਣ। ਬਾਬਾ ਫਰੀਦ ਜੀ ਇਸ ਸੰਸਾਰਿਕ ਮੋਹ ਦਾ ਜ਼ਿਕਰ ਕਰਦੇ ਹੋਏ ਬਿਆਨ ਕਰਦੇ ਹਨ ਕਿ ਅੱਖੀਆਂ ਦੇ ਰੂਪ ਦੇ ਵਿੱਚ ਫਰੀਦਾ ਜਿਨ ਲੋਇਣ ਜਗ ਮੋਇਆ, ਲੋਇਣ ਕਹਿੰਦੇ ਨੇ ਅੱਖਾਂ ਨੂੰ, ਔਰ ਕਹਿੰਦਾ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜਿਨ੍ਹਾਂ ਅੱਖੀਆਂ ਨੇ ਇਸ ਸੰਸਾਰ ਨੂੰ ਮੋਹਿਆ ਸੀ, ਉਹ ਮੈਂ ਅੱਖਾਂ ਵੇਖੀਆਂ ਹਨ। ਭਾਵ ਉਹ ਸਮਾਂ ਕਿਹੜਾ ਸੀ? ਉਹ ਸਮਾਂ ਜਵਾਨੀ ਦਾ ਸਮਾਂ ਸੀ। ਉਸ ਵੇਲੇ ਅੱਖਾਂ ਦੇ ਵਿੱਚ ਬਹੁਤ ਤੇਜ ਸੀ। ਇਹ ਉਹ ਸਮਾਂ ਸੀ ਜਦੋਂ ਅੱਖਾਂ ਦੇ ਵਿੱਚ ਕਜਲੇ ਦੀ ਧਾਰ ਵੀ ਜਿਹੜੀ ਆ ਉਹ ਸਹਾਰੀ ਨਹੀਂ ਸੀ ਜਾਂਦੀ। ਪਰ ਹੁਣ ਮਰਨ ਤੋਂ ਬਾਅਦ ਇਹ ਜਿਹੜੀਆਂ ਅੱਖਾਂ ਨੇ ਉਹਨਾਂ ਦੇ ਵਿੱਚ ਪੰਛੀਆਂ ਦੇ ਜਿਹੜੇ ਆਲ੍ਹਣੇ ਨੇ ਉਹ ਬਣੇ ਹਨ, ਕਿਉਂਕਿ ਇਹ ਜਿਹੜਾ
ਜੀਵ ਹੈ, ਇਸਲਾਮ ਧਰਮ ਅਨੁਸਾਰ ਜਦੋਂ ਦਬਾਉਂਦੇ ਨੇ, ਇਸ ਸਰੀਰ ਦਾ ਜਿਹੜਾ ਪਿੰਜਰ ਹੈ ਉਹ ਅੱਖੀਆਂ ਦੇ ਜਿਹੜੇ ਖਾਨੇ ਨੇ ਇੱਕ ਆਲ੍ਹਣੇ ਦੇ ਰੂਪ ਦੇ ਵਿੱਚ ਬਣ ਜਾਂਦੇ ਹਨ ਕਿ ਇਹਨਾਂ ਅੱਖੀਆਂ ਦੇ ਵਿੱਚ ਹੁਣ ਜਿਹੜੇ ਪੰਛੀ ਨੇ ਉਹ ਆਲ੍ਹਣਾ ਬਣਾ ਕਰਕੇ ਬੈਠੇ ਹਨ। ਸੋ ਕਹਿਣ ਦਾ ਅਰਥ ਹੈ ਕਿ ਜਿਹੜਾ ਇਹ ਸਰੀਰ ਦਾ ਮਾਣ ਹੈ ਉਹ ਇਨਸਾਨ ਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ। ਫਰੀਦਾ ਥਿਓ ਪਵਾਈ ਦੱਬ, ਜੇ ਸਾਈਂ ਲੋੜੈ ਸਭ, ਇੱਕ ਛਿਜੋ ਬੀਆ ਲਤਾੜੀਐ, ਤਾਂ ਸਾਈਂ ਦੇ ਦਰ ਬਾੜੀਐ। ਬਹੁਤ ਹੀ ਨਿਮਰਤਾ ਦੇ ਨਾਲ ਉਸ ਪਰਮਾਤਮਾ ਦੀ ਪ੍ਰਾਪਤੀ ਦਾ ਰਾਸਤਾ ਦੱਸਦੇ ਹੋਏ ਬਾਬਾ ਸ਼ੇਖ ਫਰੀਦ ਜੀ ਮਨੁੱਖ ਨੂੰ ਸੁਚੇਤ ਕਰਦੇ ਹਨ ਕਿ ਹੇ ਮਨੁੱਖ, ਜੇ ਤੂੰ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਜੇ ਸਾਈਂ ਲੋੜ ਹੈ ਸਭ, ਮਤਲਬ ਕਹਿੰਦਾ ਫਰੀਦਾ ਥਿਓ ਪਵਾਈ ਦੱਬ, ਤਾਂ ਤੂੰ ਉਸ ਪਰਮਾਤਮਾ ਦੇ ਰਾਸਤੇ 'ਤੇ ਚੱਲਣ ਵਾਲੇ ਰਾਹਗੀਰਾਂ ਦੇ ਰਾਹ ਦੀ ਦਿਬ ਬਣ ਜਾ, ਭਾਵ ਘਾਹ ਬਣ ਜਾ। ਜਿਹੜਾ ਅਸੀਂ ਦਿਬ ਘਾਹ ਦੀ ਇੱਕ ਕਿਸਮ ਹੈ, ਭਾਵ ਉਸ ਪਰਮਾਤਮਾ ਦੇ ਰਾਹ 'ਤੇ ਜਿਹੜੇ ਚੱਲਣ ਵਾਲੇ ਲੋਕ ਨੇ ਉਹਨਾਂ ਦੇ ਰਾਸਤੇ ਦੇ ਵਿੱਚ ਉੱਗ ਜਾ, ਦਿਬ ਬਣ ਕੇ, ਦੱਬ ਦੇ ਸਮਾਨ, ਉਸ ਘਾਹ ਦੇ ਸਮਾਨ, ਤਾਂ ਜੋ ਉਹਨਾਂ ਦੇ ਪੈਰਾਂ ਦੇ ਹੇਠਾਂ ਤੂੰ ਲਤਾੜੀ ਜਾਏ ਔਰ ਲਤਾੜਨ ਦੇ ਨਾਲ ਤੇਰਾ ਜਿਹੜਾ ਰਾਹ ਹੈ, ਭਾਵ ਤਿਣਕੀਆਂ ਦੇ ਰੂਪ ਦੇ ਵਿੱਚ ਹੀ ਤੂੰ ਉਸ ਪਰਮਾਤਮਾ ਦੇ ਦਰ 'ਤੇ ਪਹੁੰਚ ਸਕੇ। ਫਰੀਦਾ ਖਾਕ ਨਾ ਨਿੰਦੀ ਹੈ, ਖਾਕ ਜੇੜ ਨਾ ਕੋਏ, ਜੀਵ ਦਿਆਂ ਪੈਰਾਂ ਥੱਲੇ ਮੋਹਿਆਂ ਉੱਪਰ ਹੋਏ। ਬਾਬਾ ਫਰੀਦ ਜੀ ਉਪਦੇਸ਼ ਦਿੰਦੇ ਹਨ ਮਨੁੱਖਤਾ ਨੂੰ, ਜੀਵ ਨੂੰ, ਕਿ ਹੇ ਮਨੁੱਖ, ਇਸ ਮਿੱਟੀ ਨੂੰ ਕਦੇ ਵੀ ਮਾੜਾ ਨਹੀਂ ਆਖਣਾ ਚਾਹੀਦਾ, ਇਸ ਮਿੱਟੀ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਕਿਉਂ? ਜੀਵ ਦਿਆਂ ਪੈਰਾਂ ਤਲੇ ਮੋਹਿਆਂ ਉੱਪਰ ਹੋਏ। ਜਦੋਂ ਤੱਕ ਇਨਸਾਨ, ਜੀਵ ਆਤਮਾ ਇਸ ਸੰਸਾਰ ਦੇ ਵਿੱਚ ਵਿਚਰਦੀ ਹੈ ਤਾਂ ਮਿੱਟੀ ਉਸਦੇ ਪੈਰਾਂ ਤਲੇ ਹੁੰਦੀ ਹੈ, ਭਾਵ ਸਾਰਾ ਕੁਝ ਜੀਵਨ ਦੇ ਲਈ ਲੋੜੀਂਦੀ ਹਰ ਇੱਕ ਸਮੱਗਰੀ, ਹਰ ਇੱਕ ਚੀਜ਼ ਉਸ ਨੂੰ ਇਸ ਮਿੱਟੀ ਦੇ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਔਰ ਜਦੋਂ ਇਸ ਧਰਤੀ ਤੋਂ ਅਲਵਿਦਾ ਉਹ ਆਖਦਾ ਹੈ ਤਾਂ ਇਹੀ ਮਿੱਟੀ ਉਸ ਦਾ ਸਹਾਰਾ, ਉਸ ਦੇ ਓੜ੍ਹਨੀ ਬਣ ਜਾਂਦੀ ਹੈ, ਉਸ ਨੂੰ ਆਪਣੇ ਅੰਦਰ ਨਿਵਾਸ ਬਖਸ਼ਿਸ਼ ਕਰਦੀ ਹੈ। ਫਰੀਦਾ ਜੰਗਲ ਜੰਗਲ ਕਿਆ ਹੈ, ਬਣ ਕੰਡਾ ਮੋੜੈ, ਬਸੀ ਰੱਬ ਹਿਆਲਿਆ, ਜੰਗਲ ਕਿਆ ਟੁੰਡੇ। ਉਸ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਮਨੁੱਖ, ਜੀਵ ਆਤਮਾ ਨੂੰ ਫਰਮਾਉਂਦੇ ਹਨ ਬਾਬਾ ਫਰੀਦ ਜੀ ਕਿ ਉਸ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਉਸ ਦੇ ਲਈ ਜੰਗਲ ਜੰਗਲ ਜਾ ਕਰਕੇ ਨਹੀਂ ਲੱਭਿਆ ਜਾ ਸਕਦਾ। ਉਸ ਨੂੰ ਜੰਗਲਾਂ ਦੇ ਵਿੱਚ ਕੰਡੇ ਖਾ ਕੇ, ਘਾਹ ਨੂੰ ਲਤਾੜ ਕੇ, ਭਾਵ ਭਗਤੀਆਂ ਕਰਕੇ, ਉੱਥੇ ਸਰੀਰ ਨੂੰ ਕਸ਼ਟ ਦੇ ਕਰਕੇ ਉਸ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਕਿਉਂ? ਕਿਉਂਕਿ ਪਰਮਾਤਮਾ ਬਸੀ ਰੱਬ ਹਿਆਲੀ ਹੈ, ਜੰਗਲ ਕਿਆ ਟੁੰਡੇ। ਜਿਹੜਾ ਪਰਮਾਤਮਾ ਹੈ ਉਹ ਤੇਰੇ ਮਨ ਦੇ ਅੰਦਰ ਹੀ ਨਿਵਾਸ ਕਰਦਾ ਹੈ। ਇਸ ਜਿਹੜਾ ਤੇਰਾ ਸਰੀਰ ਹੈ ਇਹ ਉਸ ਪਰਮਾਤਮਾ ਰੱਬ ਸੱਚੇ ਦੀ ਜਿਹੜੀ ਹੈ ਕੋਠੜੀ ਹੈ, ਇੱਥੇ ਹੀ ਉਸ ਦਾ ਨਿਵਾਸ ਹੈ। ਫਿਰ ਉਸ ਨੂੰ ਜੰਗਲ ਦੇ ਵਿੱਚੋਂ ਨਹੀਂ ਲੱਭਿਆ ਜਾ ਸਕਦਾ। ਫਰੀਦਾ ਲੋੜੈ ਦਾਖ ਵਿਜੋਰੀਆਂ, ਕੀਕਰ ਵਿਜੈ ਜੱਟ, ਹੰਡੈ ਉਨ ਕਤਾਈ ਦਾ, ਪੈਦਾ ਲੋੜੇ ਜੱਟ। ਬਾਬਾ ਸ਼ੇਖ ਫਰੀਦ ਜੀ ਫਰਮਾਉਂਦੇ ਹਨ ਕਿ ਕੋਈ ਵੀ ਮਨੁੱਖ ਜਿਹੋ ਜਿਹੇ ਵੀ ਕਰਮ ਕਰਦਾ ਹੈ ਉਸ ਨੂੰ ਉਸ ਦੇ ਕਰਮਾਂ ਦੇ ਅਨੁਸਾਰ, ਜੋ ਉਸ ਦਾ ਕਰਮ ਹੈ, ਜੋ
ਜਿਵੇਂ ਦੇ ਕਰਦਾ ਹੈ ਉਸੇ ਤਰੀਕੇ ਦੀ ਉਸਨੂੰ ਵਾਪਸ ਜਿਹੜੀ ਪ੍ਰਾਪਤੀ ਵੀ ਹੁੰਦੀ ਹੈ। ਕਿਸ ਤਰੀਕੇ ਦੇ ਨਾਲ? ਕਹਿੰਦਾ ਕੋਈ ਵੀ ਜੱਟ ਜਿਹੜਾ ਕਿਸਾਨ ਭਾਵ ਜੇਕਰ ਕੰਡਿਆਂ ਵਾਲੇ ਕਿੱਕਰ ਨੂੰ ਬੀਜ ਕੇ ਦਾਖਾਂ ਦੀ ਆਸ ਰੱਖੇ ਔਰ ਫਿਰ ਪੁਰਾਣੀ ਉੱਨ ਕੱਤਦਾ ਫਿਰੇ, ਪਹਿਨਣਾ ਚਾਹੇ ਉਹ ਰੇਸ਼ਮ, ਤਾਂ ਇਹ ਕਦੇ ਵੀ ਨਹੀਂ ਹੋ ਸਕਦਾ, ਕਿਉਂਕਿ ਕਿੱਕਰ ਨੂੰ ਬੀਜਣ ਦੇ ਨਾਲ ਕੇਵਲ ਅਤੇ ਕੇਵਲ ਕਿੱਕਰ ਹੀ ਪ੍ਰਾਪਤ ਹੋਏਗੀ। ਉਸ ਦੇ ਨਾਲ ਜਿਹੜੀ ਬਜੌਰ ਦੇ ਇਲਾਕੇ ਦੀਆਂ ਦਾਖਾਂ ਉਹ ਕਦੇ ਵੀ ਨਹੀਂ ਪ੍ਰਾਪਤ ਹੋ ਸਕਦੀਆਂ, ਔਰ ਉੱਨ ਕੱਤਣ ਵਾਲੇ ਮਨੁੱਖ ਨੂੰ ਕੇਵਲ ਉੱਨ ਹੀ ਮਿਲ ਸਕਦੀ ਹੈ, ਉਹ ਰੇਸ਼ਮ ਨਹੀਂ ਪ੍ਰਾਪਤ ਹੋ ਸਕਦੀ। ਇੱਥੇ ਭਾਵ ਜਿਹੋ ਜਿਹਾ ਇਨਸਾਨ ਦਾ ਜੀਵਨ ਹੈ, ਕਰਮ ਹੈ, ਉਸਨੂੰ ਆਪਣੇ ਕਰਮਾਂ ਅਨੁਸਾਰ ਹੀ ਫਲ ਭੁਗਤਣਾ ਪਏਗਾ। ਫਰੀਦਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ, ਚਲਾਂ ਤਾਂ ਭੇਜਾਂ ਕੰਬਲੀ ਰਹਾਂ ਤਾਂ ਟੁੱਟੈ ਨੇ। ਇੱਥੇ ਬਾਬਾ ਸ਼ੇਖ ਫਰੀਦ ਜੀ ਉਸ ਪਰਮਾਤਮਾ ਦੇ ਮਿਲਣ ਦੇ ਲਈ ਸੰਸਾਰਿਕ ਵਿਸ਼ੇ ਵਿਕਾਰਾਂ ਦੇ ਚਿੱਕੜ ਦਾ ਵਰਣਨ ਕਰਦੇ ਹੋਏ ਕੀ ਫਰਮਾਉਂਦੇ ਹਨ ਕਿ ਫਰੀਦਾ ਗਲੀਏ ਚਿੱਕੜ ਦੂਰ ਕਰ। ਗਲੀਏ ਚਿੱਕੜ ਕਿਹੜਾ ਹੈ? ਜਿਹੜੇ ਸਾਡੇ ਵਿਕਾਰ ਨੇ, ਮੋਹ ਨੇ, ਜਿਨ੍ਹਾਂ ਦੇ ਵਿੱਚ ਮਨੁੱਖ ਫਸਦਾ ਹੈ, ਜਿਨ੍ਹਾਂ ਤੋਂ ਬਾਹਰ ਨਹੀਂ ਨਿਕਲ ਪਾਉਂਦਾ ਹੈ। ਔਰ ਜਦੋਂ ਇਹਨਾਂ ਦੇ ਵਿੱਚ ਫਸਿਆ ਰਹਿੰਦਾ ਤਾਂ ਉਸ ਪਰਮਾਤਮਾ ਦਾ ਪਿਆਰੇ ਦਾ ਘਰ ਜਿਹੜਾ ਉਹ ਬੜੀ ਦੂਰ ਹੋ ਜਾਂਦਾ ਹੈ। ਜਦੋਂ ਇਹਨਾਂ ਵਿਸ਼ੇ ਵਿਕਾਰਾਂ ਨੂੰ ਛੱਡ ਕੇ ਚਲਾਂ ਤਾਂ ਭਿੱਜਿਆ ਕੰਬਲੀ ਰਹਾਂ ਤਾਂ ਟੁੱਟੈ ਨੇ, ਜਦੋਂ ਇਹਨਾਂ ਵਿਸ਼ੇ ਵਿਕਾਰਾਂ ਨੂੰ ਲੈ ਕਰਕੇ ਇਨਸਾਨ ਨਾਲ ਚੱਲਦਾ ਹੈ ਤਾਂ ਉਸ ਦੇ ਨਾਲ ਉਸਦੇ ਜਿਹੜੇ ਅਵਗੁਣ ਨੇ ਉਹਨਾਂ ਦੇ ਨਾਲ ਇੱਕ ਕੰਬਲੀ ਜਿਹੜੀ ਆ ਉਹ ਭਾਰੀ ਹੋ ਜਾਂਦੀ ਹੈ। ਉਸ ਪਰਮਾਤਮਾ ਦੇ ਨਾਲ ਪਿਆਰ ਜਿਹੜਾ ਹੈ ਉਸਦਾ ਟੁੱਟ ਜਾਂਦਾ ਹੈ। ਪਰ ਅਗਲੇ ਹੀ ਬੰਦ ਦੇ ਵਿੱਚ ਉਸ ਪਰਮਾਤਮਾ ਦੀ ਜਿਹੜੀ ਯਾਦ ਹੈ ਉਹ ਮਨੁੱਖੀ ਜੀਵ ਨੂੰ ਤੜਪਾਉਂਦੀ ਹੈ, ਔਰ ਇਹ ਰਿਸ਼ਤੇ ਨਾਤੇ ਜਿਹੜੇ ਆ ਉਸਦੇ ਰਾਹ ਦੇ ਰੋੜੇ ਨਹੀਂ, ਸਗੋਂ ਇਹਨਾਂ ਨੂੰ ਉਹ ਦੂਰ ਹਟਾ ਕਰਕੇ ਉਸ ਪਰਮਾਤਮਾ ਨੂੰ ਮਿਲਣ ਦੀ ਲੋਚਾ ਆਪਣੇ ਮਨ ਦੇ ਵਿੱਚ ਕਰਦਾ ਹੈ। ਭਿੱਜੋ ਸਿੱਜੋ ਕੰਬਲੀ ਅੱਲਾ ਵਰਸੈ ਮੇ, ਜਾਏ ਮਿਲਾਂ ਤਿਨਾ ਸੱਜਣਾ ਟੁੱਟੈ ਨਾਹੀ ਨੇ। ਜਦੋਂ ਉਸ ਪਰਮਾਤਮਾ ਦੀ ਅੱਲਾ ਦੀ ਕਿਰਪਾ ਵਰਸੇਗੀ ਤਾਂ ਫਿਰ ਇਹ ਜਿਹੜੀ ਮੋਹ ਦੀ ਰੂਪੀ, ਜਦੋਂ ਉਸ ਪਰਮਾਤਮਾ ਕਹਿੰਦਾ ਭਿੱਜੋ ਸਿੱਜੋ ਕੰਬਲੀ, ਜਿੰਨਾ ਵੀ ਮਰਜ਼ੀ ਇਹ ਵਿਸ਼ੇ ਵਿਕਾਰਾਂ ਦਾ ਜਿਹੜਾ ਹੈ ਉਹ ਭਾਰ ਮੇਰੀ ਕੰਬਲੀ 'ਤੇ ਪੈਂਦਾ ਰਹੇ, ਪਰ ਜਦੋਂ ਅੱਲਾ ਉਸ ਖੁਦਾ ਦੀ ਕਿਰਪਾ ਦੇ ਨਾਲ ਮਿਹਰ ਦਾ ਮੀਂਹ ਹੋਏਗਾ ਤਾਂ ਆਖਰਕਾਰ ਮੈਂ ਉਸ ਪਰਮਾਤਮਾ ਦੇ ਨਾਲ ਆਪਣਾ ਮਿਲਨ ਜਿਹੜਾ ਹੈ ਕਰ ਸਕਦਾ ਹਾਂ, ਔਰ ਇਸ ਤਰੀਕੇ ਦੇ ਨਾਲ ਮੇਰਾ ਪਿਆਰ ਜਿਹੜਾ ਉਸ ਪਰਮਾਤਮਾ ਤੋਂ ਨਹੀਂ ਟੁੱਟੇਗਾ। ਔਰ ਇਸ ਤਰੀਕੇ ਦੇ ਨਾਲ ਰਾਹ ਦੀਆਂ ਭਾਵ ਜਿਹੜੇ ਉਸ ਪਰਮਾਤਮਾ ਦੇ ਪਿਆਰੇ ਹੁੰਦੇ ਨੇ ਉਹਨਾਂ ਦੇ ਰਾਹਾਂ ਦੀਆਂ ਜਿਹੜੀਆਂ ਔਕੜਾਂ ਨੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਆਪ ਦੂਰ ਹੋ ਜਾਂਦੀਆਂ ਹਨ, ਔਰ ਉਹ ਉਸ ਪਰਮਾਤਮਾ ਨੂੰ ਜਾ ਮਿਲਦੇ ਹਨ। ਫਰੀਦਾ ਮੈਂ ਭੁਲਾਵਾਂ ਪੱਗ ਦਾ, ਮਤ ਮੈਲੀ ਹੋ ਜਾਏ, ਗਹਿਲਾ ਰੂ ਨਾ ਜਾਏ ਜਾਣੀ, ਸਿਰ ਵੀ ਮਿੱਟੀ ਖਾਏ। ਬਾਬਾ ਫਰੀਦ ਜੀ ਇਸ ਸਰੀਰਿਕ ਸੁੰਦਰਤਾ ਦਾ, ਰੂਪ ਦਾ ਮਾਣ ਦਾ, ਜਿਨ੍ਹਾਂ ਨੂੰ ਰੂਪ ਦਾ ਮਾਣ ਹੋ ਜਾਂਦਾ ਹੈ, ਇੱਕ ਭੁਲੇਖੇ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਕਿ ਇਹ ਜੀਵਨ ਸ਼ਾਇਦ ਸਥਾਈ ਹੈ, ਉਹਨਾਂ ਲੋਕਾਂ ਦੇ ਲਈ ਇਹ ਉਪਦੇਸ਼ ਹੈ ਕਿ ਫਰੀਦਾ ਮੈਂ ਭੁਲਾਵਾਂ ਪੱਗ ਦਾ, ਮਤ ਮੈਲੀ ਹੋ ਜਾਏ। ਜਿਹੜੇ ਆਪਣੇ ਸਰੀਰ 'ਤੇ ਬੰਨੀ ਹੋਈ ਸਜਾਵਟੀ ਪੱਗ ਨੂੰ ਦੇਖ ਕਰਕੇ ਜਵਾਨੀ ਦੀ ਅਵਸਥਾ ਦੇ ਵਿੱਚ ਮਿੱਟੀ ਲੱਗਣ ਤੋਂ ਕਤਰਾਉਂਦੇ ਹਨ ਕਿ ਕਾਸ਼ ਮਿੱਟੀ ਦੇ ਨਾਲ ਉਹਨਾਂ ਦੇ ਕੱਪੜੇ, ਉਹਨਾਂ ਦੀ ਦਸਤਾਰ ਜਿਹੜੀ ਕਿਤੇ ਗੰਦੀ ਨਾ ਹੋ ਜਾਏ। ਪਰ ਹੇ ਮੂਰਖ, ਤੂੰ ਇਹ ਨਹੀਂ ਜਾਣਦਾ ਕਿ ਅੰਤ ਵੇਲੇ
ਇਹ ਪੱਗ ਵੀ ਨੇ ਤੇਰੇ ਸਿਰ ਨੇ ਵੀ ਮਿੱਟੀ ਬਣ ਜਾਣਾ ਹੈ, ਭਾਵ ਤੇਰਾ ਸਾਰਾ ਸਰੀਰ ਮਿੱਟੀ ਦਾ ਹੈ, ਇਹ ਸਰੀਰ ਪੂਰਾ ਨਾਸ਼ਵਾਨ ਹੈ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤ ਮਿੱਠੀਆਂ ਰੱਬ ਨਾ ਪੂਜਣ ਤੁਧ। ਬਾਬਾ ਫਰੀਦ ਜੀ ਉਸ ਪਰਮਾਤਮਾ ਦੇ ਨਾਮ ਨੂੰ ਦੁਨਿਆਵੀ ਪਦਾਰਥ ਜਿੰਨੇ ਵੀ ਮਿੱਠੇ ਨੇ, ਜੋ ਵੀ ਮਿੱਠੇ ਪਦਾਰਥ ਨੇ ਦੁਨਿਆਵੀ, ਉਹਨਾਂ ਤੋਂ ਵੱਧ ਮਿੱਠਾ ਮੰਨਦੇ ਹੋਏ ਆਖਦੇ ਹਨ ਕਿ ਭਾਵੇਂ ਸੰਸਾਰ ਦੇ ਵਿੱਚ ਬਹੁਤ ਸਾਰੇ ਮਿੱਠੇ ਪਦਾਰਥ ਹਨ, ਜਿਵੇਂ ਕਿ ਸ਼ੱਕਰ ਹੈ, ਖੰਡ ਹੈ, ਮਿਸ਼ਰੀ ਹੈ, ਗੁੜ ਹੈ, ਸ਼ਹਿਦ ਹੈ। ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ। ਸ਼ੱਕਰ ਹੈ, ਖੰਡ ਹੈ, ਮਿਸ਼ਰੀ ਹੈ, ਗੁੜ ਹੈ, ਸ਼ਹਿਦ ਹੈ ਔਰ ਮਾਝਾ ਦਾ ਦੁੱਧ ਹੈ। ਪਰ ਇਹ ਸਾਰੀ ਮਿਠਾਸ ਜਿਹੜੀ ਹੈ, ਸਭੇ ਵਸਤ ਮਿੱਠੀਆਂ ਰੱਬ ਨਾ ਪੂਜਣ ਤੁਧ, ਭਾਵੇਂ ਕਿੰਨੀਆਂ ਵੀ ਮਿੱਠੀਆਂ ਹੋਣ ਪਰ ਉਸ ਪਰਮਾਤਮਾ ਦੇ ਨਾਮ ਦੇ ਮਿਠਾਸ ਦਾ ਟਾਕਰਾ ਨਹੀਂ ਕਰ ਸਕਦੀਆਂ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਕਾਠ ਇੱਕ ਮੋਟਾ ਅਨਾਜ ਜਿਹੜਾ ਹੈ, ਉਸ ਦੀ ਬਣੀ ਹੋਈ ਰੋਟੀ ਨੂੰ ਕਿਹਾ ਜਾਂਦਾ ਹੈ। ਔਰ ਭੁੱਖ ਮੇਰੀ, ਲਾਵਣ ਇੱਕ ਸਬਜ਼ੀ ਦਾ ਨਾਮ ਹੈ ਜਿਨ੍ਹਾਂ ਦੇ ਨਾਲ ਉਹ ਰੋਟੀ ਖਾਂਦਾ ਹੈ। ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਪਰ ਜੇਕਰ ਇਸ ਨੂੰ ਆਧੁਨਿਕ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਏ ਤਾਂ ਇੱਥੇ ਕਿਰਤ ਦੀ ਰੋਟੀ ਦਾ ਜ਼ਿਕਰ ਹੈ ਕਿ ਕੋਈ ਵੀ ਮਨੁੱਖ ਜਿਹੜਾ ਆਪਣੇ ਕਿਰਤ ਕਰਕੇ ਰੋਟੀ ਖਾਂਦਾ ਹੈ, ਉਸ ਦੀ ਰੋਟੀ ਦੇ ਵਿੱਚ ਆਨੰਦ ਹੈ, ਸਕੂਨ ਹੈ। ਪਰ ਜਿਹੜੇ ਰਿਸ਼ਵਤ ਦੀ, ਦੂਜਿਆਂ ਦੇ ਹੱਕ ਦੀ ਰੋਟੀ ਖਾਂਦੇ ਹਨ, ਉਹਨਾਂ ਨੂੰ ਬਹੁਤ ਸਾਰੇ ਦੁੱਖਾਂ ਦਾ ਸਾਹਮਣਾ ਕਰਨਾ ਪਏਗਾ, ਸਹਿਣਾ ਪਏਗਾ। ਬਾਬਾ ਸ਼ੇਖ ਫਰੀਦ ਜੀ ਕਹਿੰਦੇ ਨੇ ਕਿ ਜਿਹੜੀ ਮੇਰੀ ਰੋਟੀ ਹੈ ਬਹੁਤ ਮੋਟੇ ਅਨਾਜ ਦੀ ਬਣੀ ਹੋਈ ਹੈ ਔਰ ਲਾਵਣ ਮੇਰੀ ਭੁੱਖ, ਲਾਵਣ ਸਬਜ਼ੀ ਹੈ ਕਿ ਉਹ ਮੇਰੀ ਭੁੱਖ ਰੂਪੀ ਸਬਜ਼ੀ ਹੈ। ਪਰ ਜਿਹੜੇ ਲੋਕ ਚੋਪੜੀਆਂ ਖਾਂਦੇ ਨੇ, ਪਰਾਏ ਹੱਕ ਨੂੰ ਖਾਂਦੇ ਹਨ, ਆਪਣੇ ਜੀਭ ਦੇ ਸਵਾਦ ਦੇ ਵਿੱਚ ਮਸਤ ਰਹਿੰਦੇ ਹਨ, ਉਹਨਾਂ ਨੂੰ ਅਖੀਰ ਵੇਲੇ ਬੜੇ ਦੁੱਖ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ। ਸੋ ਕੀ ਉਪਦੇਸ਼ ਦਿੰਦੇ ਨੇ ਅਗਲੇ ਬੰਦ ਦੇ ਵਿੱਚ ਕਿ ਰੁੱਖੀ ਸੁੱਖੀ ਖਾਈ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਫਰਾਈ ਚੋਪੜੀ ਨਾ ਤਰਸਾਏ ਜੀਓ। ਮਨੁੱਖੀ ਜੀਵ ਆਤਮਾ ਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ ਬਾਬਾ ਸ਼ੇਖ ਫਰੀਦ ਜੀ ਕਿ ਹੇ ਜੀਵ ਆਤਮਾ, ਤੂੰ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕਰਕੇ ਉਸ ਦੀ ਖੁਸ਼ੀ ਨੂੰ ਮੰਨਣਾ ਜੇ ਚਾਹੁੰਦੀ ਹੈ ਤਾਂ ਜਿਹੋ ਜਿਹੀ ਵੀ ਰੁੱਖੀ ਸੁੱਖੀ ਤੈਨੂੰ ਉਸ ਦੀ ਰਹਿਮਤ ਦੇ ਨਾਲ ਪ੍ਰਾਪਤ ਹੁੰਦੀ ਹੈ, ਉਸ ਨੂੰ ਖਾ ਕਰਕੇ, ਠੰਡਾ ਪਾਣੀ ਪੀ ਕਰਕੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰ। ਔਰ ਅਮੀਰਾਂ ਦੇ, ਉੱਚਿਆਂ ਦੀ ਬਗਾਨੀ ਜਿਹੜੀ ਰੋਟੀ ਹੈ, ਭਾਵ ਜਿਹੜੀ ਅਸੀਂ ਪਰਾਏ ਹੱਕ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਦੇਖ ਕਰਕੇ ਆਪਣਾ ਮਨ ਜਿਹੜਾ ਹੈ ਨਹੀਂ ਲਲਚਾਉਣਾ ਚਾਹੀਦਾ। ਅਗਲੇ ਬੰਦ ਦੇ ਵਿੱਚ ਜੀਵ ਆਤਮਾ ਦਾ ਜ਼ਿਕਰ ਕਰਦੇ ਹਨ ਕਿ ਜੇਕਰ ਉਸ ਪਰਮਾਤਮਾ ਦੇ ਨਾਲ ਇੱਕ ਦਿਨ ਵੀ ਮਿਲਣ ਨਹੀਂ ਹੁੰਦਾ ਤਾਂ ਇਹ ਜਿਹੜੇ ਸਰੀਰ ਦੇ ਅੰਗ ਹਨ ਇਹ ਬਹੁਤ ਦੁਖੀ ਹੁੰਦੇ ਨੇ ਉਸ ਤੋਂ ਵਿਛੜ ਕੇ। ਪਰ ਜਿਨ੍ਹਾਂ ਨੂੰ ਕਹਿੰਦਾ ਜਾਏ ਪੁੱਛਿਆ ਦੁਹਾਗਣੀ ਤੁਮ ਕਿਉਂ ਰੈਣ ਬਿਹਾਏ, ਦੁਹਾਗਣੀ ਉਸ ਔਰਤ ਨੂੰ ਕਿਹਾ ਜਾਂਦਾ ਜਿਹੜੀ ਆਪਣੇ ਪਤੀ ਦੇ ਨਾਲ ਧੋਖਾ ਕਰਦੀ ਹੈ, ਛੁੱਟੜ ਜਿਸ ਨੂੰ ਕਿਹਾ ਜਾਂਦਾ ਹੈ। ਕਿ ਬਾਬਾ ਫਰੀਦ ਜੀ ਕਹਿੰਦੇ ਨੇ ਇਸਤਰੀ ਦੇ ਰੂਪ ਦੇ ਵਿੱਚ ਸਾਰੇ ਜੀਵ ਆਤਮਾ ਨੂੰ ਫਰਮਾਉਂਦੇ ਹਨ ਕਿ ਜੇਕਰ ਅੱਜ ਨਾ ਸੁੱਤੀ ਕੰਤ ਜਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛਿਆ ਦੁਹਾਗਣੀ ਤੂੰ ਕਿਉਂ ਰਹਿਣ ਵਿਆਏ,
ਕਿ ਪਰਮਾਤਮਾ ਦੀ ਜੀਵ ਰੂਪੀ ਜੀਵ ਆਤਮਾ ਨੂੰ ਕਹਿੰਦੇ ਨੇ ਇਸਤਰੀ ਰੂਪ ਦੇ ਵਿੱਚ, ਕਿ ਜੇਕਰ ਅੱਜ ਆਪਣੇ ਪਰਮਾਤਮਾ ਦੇ ਨਾਲ ਉਹ ਆਨੰਦ ਨਹੀਂ ਮਾਣਦੀ ਤਾਂ ਉਸਦੇ ਜਿਹੜੇ ਸਰੀਰ ਦੇ ਅੰਗ ਨੇ ਸਾਰੇ ਦੁਖਦੇ ਹਨ। ਪਰ ਜਿਹੜੇ ਉਸ ਤੋਂ ਇੱਕ ਦਿਨ ਦੇ ਵਿਛੋੜੇ ਕਰਕੇ ਹੀ ਉਸ ਦੀ ਹਾਲਤ ਜਿਹੜੀ ਹੈ ਬਹੁਤ ਬੁਰੀ ਹੈ। ਪਰ ਅਗਲੇ ਬੰਦ ਦੇ ਵਿੱਚ ਕਹਿੰਦੇ ਨੇ ਫਿਰ ਭਲਾ ਉਹਨਾਂ ਔਰਤਾਂ ਦਾ ਕਿਵੇਂ ਜੀਵਨ ਜਿਹੜਾ ਹੈ ਸੁਖੀ ਹੋ ਸਕਦਾ ਹੈ, ਜਿਹੜੀਆਂ ਆਪਣੇ ਪਤੀਆਂ ਵੱਲੋਂ ਵਿਛੜੀਆਂ ਹੋਈਆਂ ਨੇ, ਛੁੱਟੜ ਨੇ ਜਿਹੜੀਆਂ, ਉਹ ਕਿੰਜ ਉਸ ਪ੍ਰਭੂ ਪਰਮਾਤਮਾ ਦੇ ਵਿਛੋੜੇ ਤੋਂ ਬਿਨਾਂ ਸੁੱਖ ਮਾਣ ਸਕਦੀਆਂ ਹਨ। ਜੋਬਨ ਜਾਂਦੇ ਨਾ ਡਰਾਂ, ਜੇ ਸੋ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਇਸ ਜਵਾਨੀ ਦੀ ਅਵਸਥਾ ਦਾ ਜ਼ਿਕਰ ਕਰਦੇ ਹੋਏ ਬਾਬਾ ਸ਼ੇਖ ਫਰੀਦ ਜੀ ਆਖਦੇ ਹਨ ਕਿ ਜੋਬਨ ਭਾਵੇਂ ਚਲਿਆ ਜਾਂਦਾ ਹੈ ਤਾਂ ਚਲਿਆ ਜਾਏ, ਇਸ ਦੇ ਨਾਲ ਉਸਨੂੰ ਕੋਈ ਦੁੱਖ ਨਹੀਂ, ਪਰ ਉਸ ਦੀ ਪ੍ਰਭੂ ਪਰਮਾਤਮਾ ਦੇ ਨਾਲ, ਖੁਦਾ ਦੇ ਨਾਲ ਜਿਹੜਾ ਪ੍ਰੀਤ ਹੈ ਉਹ ਕਦੇ ਵੀ ਨਾ ਟੁੱਟੇ। ਕਿਉਂ ਫਰੀਦਾ ਕੀਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਉਸ ਪਰਮਾਤਮਾ ਦੇ ਪਿਆਰ ਤੋਂ ਬਿਨਾਂ ਜਿਹੜੀ ਬਹੁਤ ਸਾਰੀ ਜਵਾਨੀ ਵਿਅਰਥ ਚਲੀ ਜਾਂਦੀ ਹੈ। ਇਸ ਤੋਂ ਤਾਂ ਚੰਗਾ ਹੈ ਕਿ ਬੇਸ਼ੱਕ ਮੈਨੂੰ ਆਪਣੇ ਜਵਾਨੀ ਜਾਣ ਦਾ ਜਿਹੜਾ ਹੈ ਉਹ ਡਰ ਨਹੀਂ, ਪਰ ਉਸ ਪਰਮਾਤਮਾ ਤੋਂ ਪਿਆਰ ਜਿਹੜਾ ਹੈ ਉਸਦਾ ਬਣਿਆ ਰਹੇ। ਫਰੀਦਾ ਚਾਰ ਗਵਾਇਆ ਹੰਢ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ। ਇਸ ਜੀਵ ਆਤਮਾ ਨੂੰ ਉਪਦੇਸ਼ ਦਿੰਦੇ ਹੋਏ ਬਾਬਾ ਸ਼ੇਖ ਫਰੀਦ ਜੀ ਆਖਦੇ ਹਨ, ਪੂਰੇ ਦਿਨ ਦੀ ਅਵਸਥਾ ਜਿਹੜੀ ਹੈ ਸਾਡੇ, ਉਹ ਪੂਰੇ 8 ਪਹਿਰ ਹੁੰਦੇ ਆ। 3 ਘੰਟੇ ਦਾ ਇੱਕ ਪਹਿਰ ਹੁੰਦਾ, 24 ਘੰਟੇ ਦਾ ਇੱਕ ਦਿਨ। ਉਹਨਾਂ ਦੇ ਵਿੱਚ ਚਾਰ ਗਵਾਇਆ ਹੰਢ ਕੈ, ਚਾਰ ਗਵਾਇਆ ਸਮ। ਹੰਢ ਕੇ ਕਹਿ ਭਾਵ ਹੰਢਾ ਕਰਕੇ। 4 ਪਹਿਰ ਇਨਸਾਨ ਖਾਣ ਪੀਣ ਦੇ ਵਿੱਚ, ਜਾਗਦਿਆਂ ਮਸਤੀ ਦੇ ਵਿੱਚ ਗਵਾ ਦਿੰਦਾ, ਔਰ 4 ਪਹਿਰ ਜਿਹੜੇ ਹੈ ਉਹ ਬੜੇ ਆਰਾਮ ਦੇ ਨਾਲ ਸੋ ਕਰਕੇ ਜੀਵਨ ਦੇ ਵਿੱਚ ਬਤੀਤ ਕਰ ਦਿੰਦਾ ਹੈ। ਪਰ ਇਹ ਜਿਹੜੇ ਸਾਡੇ 8 ਪਹਿਰ ਨੇ, ਇਹ ਪਰਮਾਤਮਾ ਨੇ ਖਾਣ ਪੀਣ ਮੌਜ ਕਰਨ ਵਾਸਤੇ ਨਹੀਂ ਦਿੱਤੇ, ਸਗੋਂ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਸਤੇ ਦਿੱਤੇ ਸੀ, ਤਾਂ ਜੋ ਉਸ ਪਰਮਾਤਮਾ ਦੇ ਨਾਲ ਇਸ ਜੀਵ ਆਤਮਾ ਦਾ ਮੇਲ ਹੋ ਸਕੇ। ਪਰ ਬਦਕਿਸਮਤੀ ਕਿ ਉਹ ਵਿਸ਼ੇ ਵਿਕਾਰਾਂ ਦੇ ਵਿੱਚ ਪੈ ਕਰਕੇ ਪੂਰੇ ਦਿਨ ਨੂੰ ਅਜਾਈਂ ਗਵਾ ਦਿੰਦਾ ਹੈ। ਅਜਿਹੀ ਜੀਵ ਆਤਮਾ ਉਸ ਵੇਲੇ ਬੜੀ ਦੁਖੀ ਹੁੰਦੀ ਹੈ, ਜਦੋਂ ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ। ਜਦੋਂ ਅਜਿਹੀ ਜੀਵ ਆਤਮਾ ਤੋਂ ਉਸ ਦਾ ਲੇਖਾ ਮੰਗਿਆ ਜਾਏਗਾ ਤਾਂ ਉਹ ਬਹੁਤ ਉਸ ਨੂੰ ਜਿਹੜੇ ਹੈ ਦੁੱਖ ਸਹਿਣੇ ਪੈਣਗੇ, ਉਸ ਲੇਖੇ ਦੇ ਵਿੱਚ ਪਾਸ ਨਹੀਂ ਹੋ ਸਕਦੀ। ਇਹਨਾਂ ਸ਼ਬਦਾਂ ਦੇ ਔਖੇ ਅਰਥ ਆਪ ਜੀ ਦੀ ਸੁਵਿਧਾ ਲਈ ਨਾਲ ਅਟੈਚ ਹਨ।